जिन्ने भी सच के रस्ते ਉਹਦੇ ਬਾਰੇ ਜਾਣਕਾਰੀ ਦੇਵੇਗਾ। ਜਦੋਂ ਪਵਿੱਤਰ ਆਤਮਾ ਤੁਹਾਡੇ ਚ ਆਵੇਗਾ, ਜਦੋਂ ਤੁਸੀਂ ਪਵਿੱਤਰ ਆਤਮਾ ਦੀ ਅਗਵਾਈ ਚੱਲਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸੱਚ ਦੇ ਅਸਲ ਮਾਰਗ ਕਿੰਨੇ ਆ। ਸੱਚ ਦਾ ਇੱਕੋ ਹੀ ਮਾਰਗ ਆ, ਉਹ ਹੈ ਯਿਸੂ ਮਸੀਹ। ਲੇਕਿਨ ਛੋਟੀਆਂ ਛੋਟੀਆਂ ਪਗਡੰਡੀਆਂ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਨੂੰ ਪਰਮੇਸ਼ਵਰ ਤੱਕ ਲੈ ਕੇ ਜਾਂਦੀਆਂ ਨੇ। ਧਿਆਨ ਦੇਣਾ ਆਪਣੇ ਨਿੱਜੀ ਜੀਵਨ ਚ। ਜਦੋਂ ਅਸੀਂ ਗਲਾਤੀਆਂ ਦੀ ਕਿਤਾਬ 5 ਅਧਿਆਇ ਦੀ 22 ਆਇਤ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਉਹ ਛੋਟੀਆਂ ਛੋਟੀਆਂ ਪਗਡੰਡੀਆਂ ਆ ਜਿਹੜੀਆਂ ਸਾਡੇ ਅੰਦਰੋਂ ਪ੍ਰਗਟ ਹੋਣੀਆਂ ਨੇ। ਪੜਾਂਗੇ ਅਸੀਂ ਗਲਾਤੀਆਂ ਦੀ ਕਿਤਾਬ 5 ਅਧਿਆਇ ਉਹਦੀ 22 ਆਇਤ। ਅੱਜ ਇਨਸਾਨ ਕਿਸ ਸਾਮਰਥ ਦੀ ਅਗਵਾਈ ਚੱਲ ਰਿਹਾ ਆ, ਆਪਣੇ ਅੰਦਰਲੀ ਸਪਿਰਿਟ ਦੀ ਜਾਂਚ ਕਰੋ ਕਿ ਤੁਸੀਂ ਕਿਹੜੀ ਸਾਮਰਥ ਦੇ ਨਾਲ ਤੁਰੇ ਹੋਏ ਹੋ। ਹਾਲੇਲੂਇਆ। मैं गल करनी चाहता है जेड़ा अज लेट आया वो किहड़ी सामर्थ नाल तुरिया है। लेट आउण वाला भी ताड़ियां मारदा है। ਉਹਨੂੰ लेट किहने कीता कि तू प्रभु दी आराधना च, तू प्रभु दी भगती दे विच, तू सवेर दी प्रार्थना च उत्थे ना जा। तू 12 बजे पहुंच, 1:30 बजे तेरी समाप्ति, 1.5 घंटा देना पैना रब नूं। किहदी आत्मा दी अगवाई च आए हो इत्थे? ਜਿਹੜੀ ਆਤਮਾ ਨੇ ਤੁਹਾਨੂੰ ਵਰਸ਼ਿਪ ਤੋਂ ਰੋਕਿਆ, ਤੁਹਾਨੂੰ ਸਵੇਰ ਦੀ ਪ੍ਰਾਰਥਨਾ ਤੋਂ ਰੋਕਿਆ, ਤੁਹਾਨੂੰ ਸਵੇਰ ਦੀ ਆਰਾਧਨਾ ਮੇਰੇ ਤੋਂ ਵਰਸ਼ਿਪ ਤੋਂ ਰੋਕਿਆ ਆ, ਉਹ ਕਿਹੜੀ ਆਤਮਾ ਦੀ ਅਗਵਾਈ ਆ? ਜਵਾਬ ਦਿਓ। ਜਿਹਨੇ ਤੁਹਾਨੂੰ ਅੱਜ ਸਵੇਰ ਦੀ ਆਰਾਧਨਾ ਤੋਂ ਰੋਕਿਆ ਉਹ ਕਿਹੜੀ ਸਾਮਰਥ ਹੋ ਸਕਦੀ ਆ? ਜਿਹਨੇ ਤੁਹਾਨੂੰ ਅੱਜ ਸਵੇਰੇ ਪ੍ਰੇਰ ਤੋਂ ਰੋਕਿਆ ਕਿ ਤੁਸੀਂ ਅੱਜ ਪ੍ਰੇਰ ਨਾ ਕਰੋ, ਚਰਚ ਵਿੱਚ ਜਾਣਾ ਹੀ ਆ, 3 ਘੰਟੇ ਲੱਗ ਜਾਣੇ ਆ। ਕਿਹੜੀ ਸਾਮਰਥ? ਆਪਣੇ ਅੰਦਰਲੀ ਸਾਮਰਥ ਦੀ ਵਚਨ ਦੇ ਦੁਆਰਾ ਜਾਂਚ ਕਰੋ। ਹਾਲੇਲੂਇਆ। ਇਹਨੇ ਤੁਹਾਨੂੰ ਪਿਛਲੇ ਹਫ਼ਤੇ ਚ ਵਰਤ ਰੱਖਣ ਤੋਂ ਰੋਕਿਆ। ਉਹ ਕਿਹੜੀ ਸਾਮਰਥ ਆ ਜਿਹਨੇ ਤੁਹਾਨੂੰ ਪ੍ਰਭੂ ਭੋਜ ਲੈਣ ਤੋਂ ਰੋਕਿਆ? ਉਹ ਕਿਹੜੀ ਸਾਮਰਥ ਆ ਜਿਹੜੀ ਸਾਮਰਥ ਨਾਲ ਪਤੀ ਪਤਨੀ ਨਾਲ ਲੜਦੀ ਆ? ਉਹ ਕਿਹੜੀ ਸਾਮਰਥ ਆ ਜਿਹੜੀ ਸਾਮਰਥ ਮੇਰੇ ਤੋਂ ਪਤੀ ਦੇ ਵਿੱਚ ਦੀ ਹੋ ਕੇ ਪਤਨੀ ਨਾਲ ਲੜਦੀ ਆ? ਉਹ ਕਿਹੜੀ ਸਾਮਰਥ ਆ ਜਿਹੜੀ ਸਾਮਰਥ ਦੀ ਗਵਾਹ ਚ ਤੁਹਾਡੇ ਬੱਚੇ ਤੁਹਾਡੇ ਤੋਂ ਅਣਆਗਿਆਕਾਰ ਹੋਏ ਪਏ ਨੇ, ਪਰ ਚਰਚ ਚ ਜਾਂਦੇ ਨੇ ਪਰ ਉਹ ਅਣਆਗਿਆਕਾਰੀ ਕਰ ਰਹੇ। ਉਹ ਕਿਹੜੀ ਸਾਮਰਥ ਆ ਮੇਰੇ ਤੋਂ ਜਿਹੜੀ ਬੱਚਿਆਂ ਨੂੰ ਮਾਪਿਆਂ ਦਾ ਅਣਆਗਿਆਕਾਰੀ ਕਰਾਉਂਦੀ ਆ? ਉਹ ਕਿਹੜੀ ਸਾਮਰਥ ਆ ਜਿਹੜੀ ਤੁਹਾਨੂੰ ਰੱਬ ਦੇ ਵਿੱਚ ਚੱਲਣ ਤੋਂ ਰੋਕਦੀ ਆ? ਉਹ ਕਿਹੜੀ ਸਾਮਰਥ ਆ ਜਿਹੜੀ ਮੇਰੇ ਤੋਂ ਤੁਹਾਨੂੰ ਇਹ ਕਹਿੰਦੀ ਹੈ ਕਿ ਜਦ ਵਿੱਚ ਸਮਾਂ ਜ਼ਿਆਦਾ ਲੱਗ ਰਿਹਾ ਹੈ ਤਾਂ ਹਸਪਤਾਲ ਤੁਸੀਂ 10-10 ਦਿਨ ਬੈਠੇ ਰਹੋ? ਉਹ ਕਿਹੜੀ ਸਾਮਰਥ ਆ? ਕਿਹੜੀ ਸਾਮਰਥ ਆ ਜਿਹੜੀ ਤੁਹਾਨੂੰ ਚਲਾ ਰਹੀ ਆ? ਕਿਹੜੀ ਸਾਮਰਥ ਦੀ ਅਗਵਾਈ ਚੱਲ ਰਹੀ ਆ? ਵਚਨ ਦੇ ਦੁਆਰਾ ਪਹਿਚਾਨ ਕਰੋ। ਉਹ ਸ਼ੈਤਾਨ ਦੀ ਸਾਮਰਥ ਆ। ਤੇ ਸ਼ਾਉਲ ਨੂੰ ਨਹੀਂ ਪਤਾ ਸੀ ਕਿ ਜੋ ਕੁਝ ਪਰਮੇਸ਼ਰ ਨੇ ਮੈਨੂੰ ਕਿਹਾ ਆ ਮੈਂ ਉਦੋਂ ਉਲਟ ਚੱਲ ਪਿਆ ਆ, ਕਿਉਂਕਿ ਪਰਮੇਸ਼ਰ ਕਹਿੰਦਾ ਸਭ ਕੁਝ ਖਤਮ ਕਰਕੇ ਸਭ ਕੁਝ ਮੁਕਾ ਕੇ ਖੜੇ ਹੋਵੋ। ਸ਼ੈਤਾਨ ਦਾ ਡਟ ਕੇ ਮੁਕਾਬਲਾ ਕਰੋ, ਸ਼ੈਤਾਨ ਚਲਾ ਜਾਵੇਗਾ। ਪਰ ਜਦੋਂ ਸ਼ੈਤਾਨ ਦਾ ਥੋੜਾ ਜਿਹਾ ਵੀ ਅੰਗ, ਸ਼ੈਤਾਨ ਦਾ ਛੋਟਾ ਜਿਹਾ ਹਥਿਆਰ ਵੀ ਤੁਹਾਡੇ ਅੰਦਰ ਰਹਿ ਗਿਆ, ਤੁਹਾਡੀ ਜ਼ਿੰਦਗੀ ਨਾਲ ਉਹਦੀ ਅਟੈਚਮੈਂਟ ਰਹਿ ਗਈ। ਮੇਰੇ ਜੋ ਸ਼ਾਉਲ ਦੇ ਨਾਲ, ਸ਼ਾਉਲ ਦੀ ਜ਼ਿੰਦਗੀ ਨਾਲ ਸ਼ੈਤਾਨ ਦੀ ਥੋੜੀ ਜਿਹੀ ਅਟੈਚਮੈਂਟ ਸੀ, ਚਾਹੇ ਉਹਨੇ ਆਪਣੇ ਨਾਲ ਦੇ ਸਪਾਈਆਂ ਕਰਕੇ ਭੇਡਾਂ ਨੂੰ, ਬੌਲਦਾਂ ਨੂੰ ਔਰ ਮੇਰੇ ਤੋਂ ਦੇਸ਼ ਦੇ ਰਾਜੇ ਅਗਾਗ ਨੂੰ ਬਚਾ ਲਿਆ ਤੇ ਘਰ ਲੈ ਆਇਆ। ਖੁਦਾ ਕਹਿੰਦਾ ਮੈਂ ਚਾਹੁੰਦਾ ਸੀ ਇਹ ਵੀ ਖਤਮ ਕਰਦਾ, ਪਰ ਤੂੰ ਅਣਆਗਿਆਕਾਰੀ ਕੀਤੀ ਆ। ਤੂੰ ਮੇਰੀ ਅਗਵਾਈ ਵਿੱਚ ਨਹੀਂ, ਤੂੰ ਸ਼ੈਤਾਨ ਦੀ ਅਗਵਾਈ ਚ ਲੈ, ਇਸ ਲਈ ਤੂੰ ਮਰੇਗਾ। ਮੇਰੇ ਤੋਂ ਸ਼ਾਉਲ ਚੰਗਾ ਨਹੀਂ ਮਰਿਆ, ਆਪਣੇ 3 ਪੁੱਤਰਾਂ ਨੂੰ ਲੈ ਬੈਠਾ। ਅੱਜ ਆਪਣੇ ਆਪ ਦੀ ਜਾਂਚ ਕਰਦੀ ਹੈ ਕਿ ਅਸੀਂ ਕਿਹੜੀ ਆਤਮਾ ਦੀ ਸਾਮਰਥ ਨਾਲ ਤੁਰੇ ਫਿਰਦੇ ਹਾਂ। ਹਾਲੇਲੂਇਆ। ਜਾਂਚ ਰਹੇ ਆਪਣੇ ਆਪ ਨੂੰ। तब सत्य का आत्मा आएगा, तो वो सत्य का आत्मा सब सत्य के मार्गों को आपका प्रकट करेगा। फिर तुम की हो अपनी जांच करो परमेश्वर के वचन के अनुसार, दूसरे की नहीं, अपनी। दूजा चाहे इन्ना भी गलत क्यों नहीं आ, तुसी उसकी जांच ना करो। ਤੁਹਾਨੂੰ अधिकार नहीं है कि तुसी उसकी जांच करो। ਤੁਹਾਨੂੰ केवल अधिकार है कि तुसी अपने आप की जांच करो तो तुसी खरे होवो। दूजा ਤੁਹਾਨੂੰ देख के अपनी चाल आपे बदल लगेगा। हालेलुया। ते जे तुसी बिगड़े रहे दूजा आपे बिगड़ जाना। जे बाप बिगड़िया आ तो बच्चे ਨੂੰ ਬਾਹਰੋਂ ਵਿਗਾੜਨ ਦੀ ਲੋੜ ਨਹੀਂ, ਬਾਪ ਨੂੰ ਦੇਖ ਦੇ ਕੇ ਬੱਚੇ ਨਹੀਂ ਵਿਗੜ ਜਾਣਾ। ਜੇ ਬੱਚਾ ਬਾਪ ਸ਼ਰਾਬੀ ਆ ਤਾਂ ਮੇਰੇ ਇਹਦੋਂ ਬਾਹਰਲੇ ਦੁਸ਼ਮਣਾਂ ਦੀ ਲੋੜ ਨਹੀਂ ਆ, ਬੱਚੇ ਨੇ ਬਾਪ ਨੂੰ ਦੇਖ ਦੇ ਕੇ ਸ਼ਰਾਬੀ ਬਣ ਜਾਣਾ। ਹਾਲੇਲੂਇਆ। ध्यान
ਸਾਡੇ ਬੱਚੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡਾ ਪਰਛਾਵਾਂ ਹੈ। ਕੀ ਹੈ ਸਾਡਾ? ਕੀ ਹੈ? ਪਰਛਾਵਾਂ। ਜਿੱਦਾਂ ਦੇ ਤੁਸੀਂ ਹੋਵੋਗੇ ਉਦਾਂ ਦੇ ਪਰਛਾਵਾਂ ਹੋਵੇਗਾ। ਬੋਲੋ। ਜਿਵੇਂ ਇਦਾਂ ਹੱਥ ਕਰਦਾ ਮੈਂ, ਮੇਰੀਆਂ ਕਿੰਨੀਆਂ ਉਂਗਲਾਂ ਦੀ ਪਰਛਾਵਾਂ ਬਣੇਗਾ? ਉੱਥੇ ਕਿੰਨੀਆਂ ਉਂਗਲਾਂ ਦਾ ਪਰਛਾਵਾਂ ਬਣੇਗਾ? 4 ਦਾ ਬਣੂਗਾ, 6 ਦਾ ਬਣੂਗਾ। ਤਾਂ ਸਮਝ ਲਓ ਸਾਡੀ ਆਉਣ ਵਾਲੀ ਪੀੜ੍ਹੀ ਸਾਡਾ ਪਰਛਾਵਾਂ ਆ। ਸਾਡੀ ਆਉਣ ਵਾਲੀ ਪੀੜ੍ਹੀ ਸਾਡਾ ਪਰਛਾਵਾਂ ਆ। ਜਿੱਦਾਂ ਦੇ ਤੁਸੀਂ ਹੋਣੇ ਆ ਉਦਾਂ ਦੀ ਤੁਹਾਡੀ ਪੀੜ੍ਹੀ ਹੋਣੀ ਆ। ਇਹ ਦੇਖੋ ਕਿ ਤੁਸੀਂ ਪ੍ਰਭੂ ਚ ਸਹੀ ਆ ਤੇ ਬੱਚੇ ਨਹੀਂ ਸਹੀ ਆ। ਜੇ ਤੁਸੀਂ ਗਲਤ ਆ ਤੇ ਬੱਚੇ ਵੀ ਗਲਤ ਆ। ਮੇਰੇ ਜੋ ਸ਼ਾਊਲ ਨੇ ਨਹੀਂ ਦੇਖਿਆ, ਸ਼ਾਊਲ ਨੇ ਤਾਂ ਇਕੱਲੇ ਨੇ ਆਪ ਜਾ ਕੇ ਮੇਰੇ ਜੋ ਸਭ ਕੁਝ ਕਰ ਲਿਆ, ਲੇਕਿਨ ਮਾਰੇ ਗਏ ਬੱਚੇ ਵੀ, ਖਤਮ ਹੋ ਗਏ ਬੱਚੇ ਵੀ। ਉਹਨਾਂ ਦੀ ਖਤਮ ਹੋਣ ਦਾ ਕਾਰਨ ਕੀ ਸੀ? ਕਿ ਉਹਨੇ ਪਰਮੇਸ਼ਰ ਦੀ ਆਤਮਾ ਦੀ ਅਗਵਾਈ ਚੱਲਣਾ ਸ਼ੁਰੂ ਕੀਤਾ, ਪਰ ਅੱਗੇ ਜਾ ਕੇ ਉਹਨੇ ਆਤਮਾ ਦੀ ਅਗਵਾਈ ਚੱਲਣਾ ਬੰਦ ਕਰਕੇ ਕਿਸੇ ਹੋਰ ਸਾਮਰਥ ਨਾਲ ਚੱਲਣਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਇੱਥੇ ਕਿੰਨੇ ਜਣੇ ਬੈਠੇ ਆ? ਹੱਥ ਕਰਕੇ ਕਿੰਨੇ ਜਣੇ ਇੱਥੇ ਬੈਠੇ ਆ ਪ੍ਰਭੂ ਦੀ ਹਜ਼ੂਰੀ ਚ? ਹੁਣ ਤੇ ਐਦਾਂ ਦੇ ਕਿੰਨੇ ਆ ਜਿਹੜੇ ਆਪਣੇ ਗੁਆਂਢੀ ਨੂੰ ਤੇ ਆਪਣੇ ਬਾਰੀ ਨੂੰ, ਜਿਹੜਾ ਪਰਮੇਸ਼ਰ ਮਸੀਹ ਨੇ ਸਭ ਤੋਂ ਵੱਡਾ ਤੇ श्रेष्ठ मनण वाला हुक्म दिता, अपने गुआंढी को अपने लिए प्यार कर, अपने विरोधी को अपने लिए प्यार कर। तो हाथ करो, जिनने बैठे हाथ करेंगे वो करो। अपने गुआंढी को अपने लिए प्यार कर, अपने विरोधी को अपने लिए प्यार कर। वो कितने हाथ कट गए? लगभग 75% हाथ कट गए। अपने अपनी जांच करो जेडे बैठे हैं, जिन्हें हाथ थले ध्यान दो। हाथ तुम खड़े कितने हैं? देखो तुम अपने खब्बे सज्जे वाले गुआंढी को बोल रहे हैं ਕਿਹੜੀ ਸਪਿਰਿਟ ਆ ਤੁਹਾਨੂੰ ਜਿਹੜੀ ਤੇ ਰੋਕ ਰਹੀ ਹੈ ਆਪਣੇ ਗੁਆਂਢੀ ਨਾਲ ਬੋਲਣ ਬੰਦ? ਕਿਹੜੀ ਸਪਿਰਿਟ ਆ ਜਿਹੜੀ ਕਹਿੰਦੀ ਹੈ ਕਿ ਫਲਾਣੇ ਨੂੰ ਨਹੀਂ ਮਿਲਣਾ? ਇਹ ਸ਼ੈਤਾਨ ਦੀ ਉਹ ਸਪਿਰਿਟ ਜਿਹੜੀ ਸੌ ਦੇ ਉੱਤੇ ਉਤਰੀ, ਜਿਹਦੇ ਕਰਕੇ ਪਰਮੇਸ਼ਰ ਦੇ ਹੁਕਮ ਤੋੜੇ, ਆਪਣੀ ਜਾਨ ਦਾ ਨੁਕਸਾਨ ਤੇ ਆਪਣੇ ਬੱਚਿਆਂ ਦੀ ਜਾਨ ਦਾ ਨੁਕਸਾਨ ਕਰ ਲਿਆ। ਕਿਉਂ ਰੋਂਦੇ ਆ ਤੁਸੀਂ? ਕਿਉਂ ਤੁਹਾਡੇ ਜੀਵਨ ਦਾ ਦੁੱਖ ਖਤਮ ਨਹੀਂ ਹੋ ਰਿਹਾ? ਕਿ ਤੁਸੀਂ ਕਿਸੇ ਹੋਰ ਆਤਮਾ ਦੀ ਅਗਵਾਈ ਤੁਰੇ ਹੋਏ ਆ, ਜਿਹਦੇ ਕਰਕੇ ਮੇਰੇ ਜੋ ਤੁਸੀਂ ਕੰਡਿਆਂ ਦੀ ਸੇਧ ਉੱਤੇ, ਕੰਡਿਆਂ ਦੇ ਮਾਰਗ ਉੱਤੇ ਤੁਰੇ ਹੋਏ ਆ। ਜਦੋਂ ਸੱਤਿਆ ਕੇ ਮਾਰਗ 'ਤੇ ਚੱਲਣਾ ਸ਼ੁਰੂ ਕਰੋਗੇ, ਮੇਰੇ ਜੋ ਫੁੱਲਾਂ ਦੀ ਸੇਧ ਤੇ ਫੁੱਲਾਂ ਵਾਲੇ ਰਸਤੇ ਹੋ ਜਾਣਗੇ। ਤੁਹਾਨੂੰ ਕਦੀ ਮੇਰੇ ਜੋ ਪੈਰਾਂ ਤੇ ਠੋਕਰ ਤੱਕ ਨਹੀਂ ਲੱਗਣ ਦੇਵੇਗਾ। ਤੁਹਾਡੇ ਅੰਦਰਲਾ ਬੈਰ ਸ਼ੈਤਾਨ ਦਾ, ਵਿਰੋਧੀ ਸ਼ੈਤਾਨ ਦੀ। ਤੇ ਅਸੀਂ ਪੁੱਛਦੇ ਹਾਂ, ਅਸੀਂ ਜਾਣਦੇ ਹਾਂ ਕਿ ਅਸੀਂ ਕਿੱਦਾਂ ਦੇ ਹਾਂ। ਤੁਹਾਡੇ ਸ਼ਬਦਾਂ ਦੀ ਪ੍ਰਾਰਥਨਾ ਪਰਮੇਸ਼ਰ ਨੇ ਪਸੰਦ ਕਰਦਾ, ਤੁਹਾਡੀਆਂ ਕਰਨੀਆਂ ਨੂੰ ਪਰਮੇਸ਼ਰ ਪਸੰਦ करता। हालेलुया। जब सत्य का आत्मा आएगा तो वह तुम्हें सब सत्य का मार्ग बताएगा, सब सत्य का मार्ग बताएगा, सब कुछ। ते गलातियां की किताब 5 अध्याय थोड़ी 22 आयत जो पढ़नी है तुझे जरूर सुननी है, ध्यान देना। हाँ जी, हाँ जी। पर आत्मा का फल प्रेम, आनंद, शांति, धीरज, कृपा, भलाई, विश्वास, नम्रता और संयम है। हालेलुया। किन्ने होंदे आत्मा दे फल? चित्त किन्ने होंदे आत्मा दे फल? प्रेम, आनंद, शांति, धीरज, दयालुता, भलाई, वफादारी, नरमाई, संयम। जब वो आते ही नहीं है तो मतलब वो सत्य के मार्ग पर चला ही नहीं है, क्योंकि जो लोग सत्य मार्गों पर चलेंगे तभी संपूर्ण पता रखेंगे। जिन्हें अंब चुपे ही नहीं वो स्वाद कर सकते, जिन्हें शायद पीता ही नहीं है, चखिया ही नहीं है, वो शायद स्वाद कर सकता। हालेलुया। तो जिन्हें आत्मा पाया ही नहीं है तो आत्मा के फल की वास्ते नहीं सकता। हम याद करना का बखरी है हम जो परमेश्वर के सत्य के मार्ग इको ही है, लेकिन वो पगड़ियां छोटी छोटिया नाल जो पवित्र आत्मा की अगुवाई में चलता है, सब तो पहला वो दूसरे ने प्यार करता है। हालेलुया। इतने बहुत सारे ऐसा के लोग, बहुत सारे जेड़े आत्मकता हैं
लेकिन उनकी जिंदगी दे विच ਇਹ ਪ੍ਰੇਮ ਨਾਮ ਦਾ ਸ਼ਬਦ सिर्फ ਗੱਲਾਂ ਦੇ ਨਾਲ ਆ, ਕਰਨੀਆਂ ਨਾਲ ਹੈ। ਵੀ ਐਦਾਂ ਦੀਆਂ ਭੈਣਾਂ ਜਿਹੜੀਆਂ ਆਪਣੇ ਪਤੀ ਨੂੰ ਸਵਾਮੀ ਕਹਿ ਕੇ ਬੁਲਾਉਂਦੀਆਂ, ਉਹਨਾਂ ਦਾ ਪਤੀ ਬਾਹਰੋਂ ਕੰਮ ਤੋਂ ਆਉਂਦਾ ਹੈ, ਉਹਨੂੰ ਪਹਿਲਾਂ ਠੰਡਾ ਪਾਣੀ ਦਾ ਗਲਾਸ, ਉਸ ਤੋਂ ਬਾਅਦ ਉਹਦੇ ਵਿੱਚ ਚਾਹ ਕੌਫੀ ਦੁੱਧ ਦਿੰਦੀਆਂ, ਸ਼ਾਮ ਨੂੰ ਥੱਕਿਆ ਹੋਇਆ ਹੁੰਦਾ ਹੈ, ਉਹਦੇ ਲਈ ਭੋਜਨ ਤਿਆਰ ਕਰਦੀਆਂ ਤੇ ਉਹਦੇ ਲਈ ਉਹਦਾ ਬਿਸਤਰਾ ਤਿਆਰ ਕਰਦੀਆਂ। ਕਈ ਐਦਾਂ ਦੇ ਲੋਕ ਆ ਜਿਹੜੇ ਆਪ ਬੰਦੇ ਆਪ ਜਾ ਕੇ ਆਪਣਾ ਬਿਸਤਰਾ ਲਿਆਉਂਦੇ ਆ ਤੇ ਸਵੇਰ ਨੂੰ ਆਪ ਹੀ ਵਿਚਾਰੇ ਤਹਿ ਲਾ ਕੇ ਅੰਦਰ ਰੱਖਦੇ, ਮੰਜੇ ਚੁੱਕ ਕੇ ਬਾਹਰ ਖੜੇ ਕਰ ਦਿੰਦੇ ਆ ਤੇ ਜਨਾਨੀਆਂ ਤਾੜੀਆਂ ਮਾਰ ਮਾਰ ਕੇ ਮੇਰੇ ਜੋ ਸਾਡੇ ਸਪੀਕਰਾਂ ਨੂੰ ਵੀ ਜ਼ਿਆਦਾ ਰੌਲਾ ਪਾਉਂਦੀਆਂ। ਧਿਆਨ ਦਿਓ ਆਪਣੀ ਜੀਵਨ ਦੇ ਵੱਲ। ਉਹ ਕਿਹੜੀ ਆਤਮਾ ਦੀ ਅਗਵਾਈ ਆ ਜਿਹੜੀ ਇੱਥੇ ਤੋਂ ਉੱਛਲਦੀ ਆ, ਘਰ ਜਾ ਕੇ ਪਤੀ ਪਤਨੀ 'ਚ ਲੜਾਈ ਹੁੰਦੀ ਹੈ? ਕਿਹੜੀ ਆਤਮਾ ਦੀ ਅਗਵਾਈ ਆ? ਤੇ ਕਈ ਪਤੀ ਏਦਾਂ ਦੇ ਆ ਜਿਹੜੇ ਇੱਥੇ ਤਾਂ ਬਹੁਤ ਵਧੀਆ ਆ, ਲੇਕਿਨ ਘਰਾਂ ਦੇ ਵਿੱਚ ਜਾ ਕੇ ਮੇਰੇ ਤੋਂ ਸਿਰ ਤੇ ਬਾਣਾ ਨੂੰ ਪਏ ਹੁੰਦੇ ਆ। ਉਹ ਕਿਹੜੀ ਆਤਮਾ ਦੀ ਅਗਵਾਈ ਹੈ? ਕਿੱਧਰ ਨੂੰ ਜਾ ਰਹੇ ਆ? ਕਿਉਂ ਨਹੀਂ ਜਾਂਚ ਰਹੇ? ਅਸੀਂ ਗੁਆਂਢੀਆਂ ਨੂੰ ਜਾਂਚਦੇ ਆ, ਤੁਸੀਂ ਗੁਆਂਢੀਆਂ ਨਾਲ ਬੋਲਦੇ ਨਹੀਂ ਆ, ਪਰ ਉਹਦੀ ਸਾਰੀ ਖਬਰ ਰੱਖ ਕੇ ਦੂਜਿਆਂ ਨੂੰ ਸੁਣਾਉਂਦੇ ਆ। ਫਲਾਣੀ ਕੁੜੀ ਉਹ ਨਾ ਹੋ ਗਈ, ਫਲਾਣੇ ਦਾ ਮੁੰਡਾ ਐ ਹੋ ਗਿਆ, ਫਲਾਣੇ ਦੇ ਘਰ ਆ ਹੋ ਗਿਆ। ਤੁਸੀਂ ਆਪਣੇ ਜੀਵਨ ਚ ਝਾਤ ਮਾਰ ਕੇ ਦੇਖੋ ਤੁਹਾਡੇ ਨਾਲ ਕੀ ਹੋ ਰਿਹਾ। ਤੁਹਾਨੂੰ ਵੀ ਸ਼ੈਤਾਨ ਨੂੰ ਬੁਲਾਉਂਦੇ ਨਚਾਈ ਜਾਂਦਾ। ਇੱਕ ਦਿਨ ਜਿਹੜਾ ਗੁਆਂਢੀਆਂ ਦਾ ਹੁੰਦਾ ਤੁਹਾਡੇ ਘਰ ਵੀ ਹੋਣ ਨੂੰ ਟਾਈਮ ਨਹੀਂ ਲੱਗਣਾ। ਗੁਆਂਢੀ ਹੋ ਸਕਦਾ ਸ਼ੈਤਾਨ ਦੀ ਅਗਵਾਈ ਚਲੇ, ਹੁਣ ਤਾਂ ਉਹਨੇ ਘਾਟਾ ਖਾਧਾ ਆ, ਪਰ ਧਿਆਨ ਦਿਓ ਜੇ ਤੁਸੀਂ ਵੀ ਉਦਾਂ ਦੇ ਗੁਆਂਢੀਆਂ ਦੇ ਮੇਰੇ ਚੱਲਣ ਲੱਗ ਪਏ, ਇੱਕ ਦਿਨ ਸਮਾਂ ਉਹ ਵੀ ਆਉਣਾ ਜਿਹੜਾ ਸ਼ੈਤਾਨ ਗੁਆਂਢੀਆਂ ਦੇ ਘਰ ਜਾ ਤੁਹਾਡੇ ਘਰ ਨੂੰ ਤੁਹਾਡੇ ਮੋਰਾਂ ਤੇ ਚੜ ਕੇ ਨੱਚਣਾ ਹੋਵੇ। ਸ਼ਾਉਲ ਦੇ ਜੀਵਨ ਚ ਪੜ੍ਹ ਲਵੋ, ਸ਼ਾਉਲ ਦੇ ਜੀਵਨ ਵੱਲ ਪੂਰੇ ਦੇਸ਼ ਦੇ ਉੱਤੇ ਹਮਲਾ ਕਰਕੇ ਮਾਰਿਆ, ਪਰ ਜਦੋਂ ਸ਼ੈਤਾਨ ਦੀ ਅਗਵਾਈ ਉਹਦੀ ਸ਼ੈਤਾਨ ਨੇ ਅਗਵਾਈ ਕਰਨੀ ਸ਼ੁਰੂ ਕੀਤੀ, ਪਰਮੇਸ਼ਰ ਦੇ ਹੁਕਮ ਟੁੱਟਣੇ ਸ਼ੁਰੂ ਹੋ ਗਏ। ਸ਼ਾਉਲ ਆਪ ਹੀ ਨਹੀਂ ਮਰਿਆ ਬਲਕਿ ਆਪਣੇ ਬੱਚਿਆਂ ਨੂੰ ਵੀ ਲੈ ਬੈਠਾ। ਹਾਲੇਲੂਇਆ, ਆਪਣੇ ਬੱਚਿਆਂ ਨੂੰ ਵੀ ਲੈ ਬੈਠਾ। ਹਾਲੇਲੂਇਆ। ਸ਼ੈਤਾਨ ਦੀ ਆਤਮਾ ਦੀ ਅਗਵਾਈ ਬੰਦੇ ਦੇ ਉੱਤੇ, ਮੇਰੇ ਬੰਦੇ ਦੇ ਉੱਤੇ ਤਰਸ ਨਹੀਂ ਕਰਦੀ। ਇੱਕ ਵਿਸ਼ਵਾਸੀ ਦੇ ਤਰਸ ਨਹੀਂ ਕਰਦਾ, ਰੱਬ ਦੇ ਬੰਦੇ ਤੋਂ ਤਰਸ ਨਹੀਂ ਕਰਦਾ। ਤੇ ਸ਼ੈਤਾਨ ਸੋਚਦਾ ਹੁੰਦਾ ਹੈ ਕਿਵੇਂ ਮੈਂ ਮੇਰੇ ਜੀਵਨ ਨੂੰ ਖਤਮ ਕਰਾਂ, ਤੇ ਖਤਮ ਕਰਨ ਲਈ ਪਹਿਲਾਂ ਉਹ ਅਗਵਾਈ ਕਰਨੀ ਸ਼ੁਰੂ ਕਰਦਾ ਆ। ਅਗਵਾਈ ਜਦੋਂ ਕਰੇਗਾ ਤਾਂ ਹੂ ਲੱਗੇਗਾ ਜਿਵੇਂ ਪਰਮੇਸ਼ਰ ਹੀ ਕੰਮ ਕਰ ਰਿਹਾ ਹੁੰਦਾ, ਜਿਵੇਂ ਪਰਮੇਸ਼ਰ ਹੀ ਕੰਮ ਕਰ ਰਿਹਾ ਹੁੰਦਾ ਆ। ਜਦੋਂ ਇੱਕ ਟਰੈਕ ਤੋਂ ਦੂਜੇ ਟਰੈਕ ਤੇ ਟ੍ਰੇਨ ਚੜ੍ਹਦੀ ਹੈ, ਪੈਸੰਜਰ ਨੂੰ ਪਤਾ ਨਹੀਂ ਲੱਗਦਾ, ਬੈਠੇ ਹੋਏ ਨੂੰ ਪਤਾ ਨਹੀਂ ਲੱਗਦਾ ਕਿ ਇੱਕ ਲਾਈਨ ਤੋਂ ਦੂਜੇ ਲਾਈਨ ਤੇ ਟ੍ਰੇਨ ਚੜ੍ਹ ਗਈ, ਨਹੀਂ ਪਤਾ ਲੱਗਦਾ। ਇਹ ਤਾਂ ਸਿਰਫ ਡਰਾਈਵਰ ਨੂੰ ਪਤਾ ਹੁੰਦਾ, ਕਮਾਂਡਰ ਨੂੰ ਪਤਾ ਹੁੰਦਾ ਹੈ ਕਿ ਹਾਂ ਹੁਣ ਇੱਕ ਟਰੈਕ ਤੋਂ ਦੂਜੇ ਟਰੈਕ ਤੱਕ ਚੜ੍ਹ ਗਈ ਹੈ ਗੱਡੀ। ਹਾਲੇਲੂਇਆ। ਐਦਾਂ ਇੱਕ ਵਿਸ਼ਵਾਸੀ ਨੂੰ ਕਈ ਵਾਰ ਪਤਾ ਨਹੀਂ ਲੱਗਦਾ, ਜਿਹੜਾ ਇਨਸਾਨ ਅਜੇ ਵੀ ਸ਼ੈਤਾਨ ਦਾ ਰਸ ਚੱਖਦਾ ਹੈ, ਅਜੇ ਵੀ ਸ਼ੈਤਾਨ ਦੀ ਅਗਵਾਈ ਚੱਲਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਤੁਰਿਆ ਕਿੱਧਰ ਨੂੰ ਜਾ ਰਿਹਾ, ਉਹ ਤੁਰਿਆ ਕਿੱਧਰ ਨੂੰ ਜਾ ਰਿਹਾ। ਜਦੋਂ ਸੱਚ ਦਾ ਆਤਮਾ, ਸੱਚ ਦਾ ਆਤਮਾ ਆਵੇਗਾ ਤੇ ਮੇਰੇ ਤੋਂ ਸਭ ਤੋਂ ਪਹਿਲਾਂ ਉਹ ਪਿਆਰ ਕਰਨਾ ਸਿਖਾਵੇਗਾ। ਕਿਹਨੂੰ? ਬੈਰੀਆਂ ਨੂੰ ਪਿਆਰ ਕਰਨਾ। ਅਸੀਂ ਇੱਥੇ ਆਪਣਿਆਂ ਨੂੰ ਨਹੀਂ ਪਿਆਰ ਕਰ ਰਹੇ, ਅਸੀਂ ਆਪਣੇ ਫੈਮਿਲੀ ਮੈਂਬਰਸ ਨੂੰ ਨਹੀਂ ਪਿਆਰ ਕਰ ਰਹੇ। ਹਾਲੇਲੂਇਆ। ਅਸੀਂ ਫੈਮਿਲੀ ਮੈਂਬਰ ਨੂੰ ਨਹੀਂ ਪਿਆਰ ਕਰਦੇ। ਅਜੇ ਤਾਂ ਅਸੀਂ ਆਪਣੇ ਵਿਹੜੇ ਵਿੱਚ ਰਹਿ ਰਹੇ, ਆਪਣੇ ਕਮਰੇ 'ਚ ਰਹਿ ਰਹੇ, ਆਪਣੀ ਕੁੱਖ ਤੋਂ ਜਣੇ ਨਾਲ ਨਹੀਂ ਪਿਆਰ ਕਰ ਰਹੇ। ਗੁਆਂਢੀਆਂ ਨਾਲ ਕਦੋਂ ਕਰਾਂਗੇ? ਜਦੋਂ ਗੁਆਂਢੀਆਂ ਨੂੰ ਨਹੀਂ ਕੀਤਾ ਤਾਂ ਫਿਰ ਬੈਰੀਆਂ ਦੀ ਵਾਰੀ ਕਦੋਂ ਆਵੇਗੀ? ਬੈਰੀਆਂ ਦੀ ਵਾਰੀ ਕਦੋਂ ਆਵੇਗੀ? ਇਹ ਬਾਈਬਲ ਬਿਆਨ ਕਰਦੀ ਹੈ। ਇਹੀ ਬੈਰ ਜਿਹੜਾ ਅਸੀਂ ਆਪਣੇ ਪਰਿਵਾਰ 'ਚ, ਆਪਣੇ ਗੁਆਂਢੀਆਂ 'ਚ ਤੇ ਆਪਣੇ ਬੈਰੀਆਂ 'ਚ ਰੱਖਿਆ ਹੋਇਆ ਆ, ਇਹੀ ਇੱਕ ਦਿਨ ਸ਼ਾਉਲ ਵਾਲਾ ਫੜ ਸਾਡੇ ਪੈਰ ਰੱਖਣ ਵਾਲੇ ਲੋਕਾਂ ਦੇ ਉੱਤੇ ਆਵੇ। ਹਾਲੇਲੂਇਆ। ਖਤਮ ਹੋ ਜਾਣਾ, ਨਹੀਂ ਜਾਣਗੇ ਸਵਰਗ, ਨਹੀਂ ਪ੍ਰਾਰਥਨਾਵਾਂ ਦਾ ਉੱਤਰ ਆਵੇਗਾ, ਨਹੀਂ ਬਲੀਦਾਨ ਪਰਵਾਰ ਹੋਣਗੇ। ਫਿਰ ਅਨੰਤ ਤੁਹਾਡੇ ਗੁਆਂਢੀ ਨੂੰ ਤੁਹਾਡੇ ਤੋਂ ਘਾਟਾ ਪਾ ਦਿੱਤਾ, ਅਨੰਤ ਚਲੋ। ਹਾਲੇਲੂਇਆ। ਯੂਸਫ ਦੇ ਜੀਵਨ ਜਦੋਂ ਪੜ੍ਹਦੇ ਆ, 11 ਭਰਾਵਾਂ ਨੇ ਰਲ ਕੇ ਉਹਨੂੰ ਅੱਧ ਕੋਇਆ ਕਰਕੇ ਮੇਰੇ ਤੋਂ ਟੋਏ ਸੁੱਟ ਦਿੱਤਾ, ਵੇਚਿਆ ਗਿਆ। ਲਾਸਟ ਜਦੋਂ ਪੜ੍ਹਦੇ ਆ, ਪਰਮੇਸ਼ਰ ਨੇ ਉਹਨੂੰ ਰਾਜਾ ਬਣਾਇਆ। ਪਰਿਵਾਰ ਭਰਾ ਜਿਹੜੇ ਵਾਪਸ ਯੂਸਫ ਦੇ ਕੋਲ ਆਏ ਅੰਨ ਭਿਆਜਣ ਦੇ ਵਾਸਤੇ। ਯੂਸਫ ਨੇ ਪਹਿਚਾਨ ਲਿਆ, ਉਹਨਾਂ ਨੂੰ ਬਿਨਾਂ ਚਾਂਦੀ ਤੋਂ ਅਨਾਜ ਦਿੱਤਾ। ਦੂਜੀ ਵਾਰ ਫਿਰ ਆਏ, ਫਿਰ ਦਿੱਤਾ। ਤੀਜੀ ਵਾਰ ਸਮਝਿਆ ਕਿ ਤੁਸੀਂ ਆਪਣੇ ਬਜ਼ੁਰਗ ਬਾਪ ਨੂੰ ਵੀ ਲੈ ਕੇ ਆਓ, ਬਾਪ ਨੂੰ ਵੀ ਆਂਦਾ ਗਿਆ, ਭੋਜਨ ਤਿਆਰ ਕੀਤਾ ਗਿਆ। ਫਿਰ ਜਦੋਂ ਉਹਦੇ ਕੋਲ ਵਿਆਹ ਨਹੀਂ ਗਿਆ, ਆਪਣੇ ਭਰਾਵਾਂ ਤੋਂ ਵਿਛੋੜਾ ਬਹੁਤ ਸਾਲਾਂ ਦਾ ਸੀ, ਲਗਭਗ 2 ਸਾਲ ਪਲੱਸ 2 ਸਾਲ ਦਾ ਵਿਛੋੜਾ ਸੀ, ਤਾਂ ਮੇਰੇ ਨੂੰ ਲਿਖਿਆ ਕਿ ਹੁਣ ਮੈਂ ਆਪਣੇ ਆਪ ਨੂੰ ਸ਼ੁਭਾਨ ਇਸ ਗੱਲ ਪ੍ਰਗਟ ਕੀਤਾ ਕਿ ਤੁਹਾਡਾ ਸਭ ਤੋਂ ਛੋਟਾ ਭਰਾ ਵੀ ਜਿਉਂਦਾ ਉਹ ਮੈਂ ਹਾਂ। ਉਹ 11 ਭਰਾ ਸ਼ਰਮਿੰਦੇ ਹੋਏ, ਉਹ 11 ਭਰਾ ਸ਼ਰਮਿੰਦੇ ਹੋਏ ਤਾਂ
मेरे जो यूसुफ ने क्या शर्मिंदे ना हो, क्योंकि वो सब कुछ परमेश्वर के वल्लों से ताकि मैं इत्थे पहुंचाया जाए। हालेलुया। ਤੁਹਾਡੇ ਜੀਵਨ 'ਚ ਕੋਈ ਵੀ ਤੁਹਾਨੂੰ ਘਾਟਾ ਪਾ ਗਿਆ, ਕੋਈ ਤੁਹਾਡਾ ਨੁਕਸਾਨ ਕਰ ਗਿਆ, ਮੇਰੇ ਜੋ ਆਪਣੇ ਆਨੰਦ ਨੂੰ ਨਾ ਗਵਾਓ, ਸਗੋਂ ਆਨੰਦ ਵਿੱਚ ਰਹੋ। ਕੋਈ ਤੁਹਾਨੂੰ ਬੋਲੀ ਤਾਣੇ ਮੇਣਾ ਮਾਰ ਗਿਆ, ਆਪਣੇ ਆਨੰਦ ਨੂੰ ਨਾ ਗਵਾਓ, ਕਿਉਂਕਿ ਜੇ ਤੁਸੀਂ ਪਵਿੱਤਰ ਆਤਮਾ 'ਚ ਤੇ ਪਵਿੱਤਰ ਆਤਮਾ ਸਾਨੂੰ ਘਾਟੇ 'ਚ ਵੀ ਆਨੰਦਿਤ ਰੱਖਦਾ ਆ, ਕਿਉਂਕਿ ਉਹੀ ਘਾਟਾ ਸਾਨੂੰ ਯੂਸੁਫ ਦੇ ਵਾਂਗ ਇੱਕ ਸਥਾਨ ਤੇ ਲੈ ਕੇ ਜਾਵੇਗਾ, ਇੱਕ ਲੈਵਲ ਤੇ ਲੈ ਕੇ ਜਾਵੇਗਾ। सच का आत्मा ਤੁਹਾਨੂੰ ਇੱਕ ਐਸਾ ਰਾਹ ਦਿਖਾਵੇਗਾ ਜਿੱਥੇ ਤੁਸੀਂ ਵੱਡੀ ਆਸ਼ੀਸ਼ ਤੇ ਬਰਕਤ ਨਾਲ ਪਹੁੰਚੋਗੇ। ਸੱਚ ਦਾ ਆਤਮਾ ਆਵੇਗਾ ਤਦੇ ਹੀ ਤੁਸੀਂ ਹਰ ਘਾਟੇ 'ਚ ਆਨੰਦਿਤ ਰਹੋਗੇ। ਹਾਲੇਲੂਇਆ। ਸ਼ਾਂਤੀ, ਆਪਣੇ ਜੀਵਨ 'ਚ ਸ਼ਾਂਤੀ ਬਣਾਏ ਰੱਖਣਾ ਤੇ ਹਰ ਮੁਸ਼ਕਲ ਤੇ ਪਰੇਸ਼ਾਨੀ ਦੇ ਵਿੱਚ ਵੀ ਉਹ ਇਨਸਾਨ ਕਦੀ ਘਬਰਾਉਂਦਾ ਨਹੀਂ ਹੈ। मारो चाहत अपने जीवन की साडे जीवन में शांति है, किसी औरत की शांति ਉਹਦੇ ਪਤੀ ਕਰਕੇ ਗਵਾਚ ਗਈ ਹੈ, ਉਹਦੇ ਬੱਚਿਆਂ ਕਰਕੇ ਗਵਾਚ ਗਈ ਹੈ, ਉਹਦੇ ਸਹੁਰੇ ਸੱਸ ਸਹੁਰੇ ਕਰਕੇ ਗਵਾਚ ਗਈ ਹੈ, ਕਿਸੇ ਬੰਦੇ ਦੀ ਸ਼ਾਂਤੀ ਉਹਦੀ ਪਤਨੀ ਕਰਕੇ ਗਵਾਚੀ ਪਈ ਹੈ। ਤੇ ਜੇ ਉਹ ਪਵਿੱਤਰ ਆਤਮਾ ਦੀ ਗਵਾਹੀ ਚੱਲੇ ਤਾਂ ਉਹਦੀ ਸ਼ਾਂਤੀ ਕਦੀ ਗਵਾਚੇਗੀ ਨਹੀਂ।